बहुत स्वागत है जी सारिਆਂ ਦਾ। मैं हाँ सुरिंदर डल्ला। सो IRCC ਦੇ ਵੈਬੀਨਾਰ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਸਟੂਡੈਂਟਸ ਦੇ ਜ਼ਿਹਨ ਦੇ ਵਿੱਚ ਉੱਠ ਖੜੇ ਹੋਏ ਨੇ। ਇਸ ਵੈਬੀਨਾਰ ਦਾ ਆਊਟਕਮ ਕੀ ਹੈ, ਡਿਸਕਸ਼ਨ ਦੇ ਰੂਪ ਦੇ ਵਿੱਚ ਜਾਂ ਜਿਹੜੀ ਇਨਫੋਰਮੇਸ਼ਨ ਰਿਲੀਜ਼ ਕੀਤੀ ਗਈ ਹੈ ਉਹਦੇ ਰੂਪ ਦੇ ਵਿੱਚ ਸਟੂਡੈਂਟਸ ਤੇ ਇਸ ਦਾ ਅਸਰ ਕੀ ਹੈ, ਔਰ ਕੀ ਇਸ ਵੈਬੀਨਾਰ ਦਾ ਸਟੂਡੈਂਟਸ ਨੂੰ ਡਾਇਰੈਕਟਲੀ ਬੈਨੀਫਿਟ ਹੋਇਆ। ਸਟੂਡੈਂਟ ਨਵੇਂ ਰੂਲਸ ਜਿਹੜੇ ਸੈਪਟੈਂਬਰ ਲਈ ਨੇ ਉਹਨਾਂ ਨੂੰ ਸਮਝ ਸਕੇ ਨੇ, ਫੀਸਿਸ ਦੇ ਇਸ਼ੂ ਨੂੰ ਸਮਝ ਸਕੇ ਨੇ, ਡੈਫਰ ਹੋਣ ਦੇ ਇਸ਼ੂ ਨੂੰ ਸਮਝ ਸਕੇ ਨੇ, ਕੀ ਉਹ ਇਹ ਗੱਲ ਸਮਝ ਸਕੇ ਨੇ ਕਿ AIP ਆਉਣ ਤੋਂ ਬਾਅਦ ਉਹਨਾਂ ਦੇ ਲਈ ਡਿਸੀਜ਼ਨ ਲੈਣਾ ਬੈਨੀਫੀਸ਼ੀਅਲ ਰਹੇਗਾ। ਇਹ ਸਾਰੇ ਸਵਾਲ ਨੇ ਔਰ ਸਾਡੇ ਨਾਲ ਪਿਨਾਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਤੋਂ ਡਾਇਰੈਕਟਰ ਤੀਰਥ ਸਿੰਘ ਜੀ ਮੌਜੂਦ ਨੇ। ਤੀਰਥ ਜੀ ਬਹੁਤ ਬਹੁਤ ਸਵਾਗਤ ਹੈ ਜੀ। थैंक यू डला जी। सत श्री अकाल। सारा ये प्रोग्राम देखते हुए सारे मेरे छोटे भैन भरावां नूं जी मैं आस करदा सारे जाने राजी खुशी ते चढ़दी कला दे विच होणगे। ਤੀਰਥ ਜੀ ਸਵਾਲ ਇਹੀ ਹੈ, ਕੀ ਅਸਰ ਗਿਆ ਇਹਦੇ ਤੇ ਔਰ ਇਹਦਾ ਬੈਨੀਫਿਟ ਕੀ ਆਇਆ? ਇਹ ਜਿਹੜਾ ਵੈਬੀਨਾਰ ਹੋਇਆ RCC ਦਾ ਜਿਹੜਾ ਹੁਣ ਆਇਆ ਪਰਸੋਂ ਹੋਇਆ ਸੀਗਾ, ਇਹਦਾ ਬਹੁਤ ਪੋਜ਼ਿਟਿਵ ਆ ਜੀ। ਜਿਹੜੇ ਬੱਚਿਆਂ ਦੇ ਡਾਊਟ ਸੀਗੇ ਕਲੀਅਰ ਹੋ ਗਏ। ਸਭ ਤੋਂ ਪਹਿਲਾਂ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ, ਜਿੱਦਾਂ ਕਿ ਅਸੀਂ ਪਿਛਲਾ ਇੱਕ ਸ਼ੋਅ ਵੀ ਇੱਥੇ ਡੱਲਾ ਜੀ ਨਾਲ ਇੱਥੇ ਕੀਤਾ ਸੀਗਾ ਤੇ ਬੱਚਿਆਂ ਨੂੰ ਅਸੀਂ ਜਿੱਦਾਂ ਇਹਦਾ ਪੋਜ਼ਿਟਿਵਨੈਸ ਗੱਲਾਂ ਕਹੀਆਂ ਸੀ, ਉਹਨਾਂ ਨੂੰ ਸਟੈਪ ਕਿਹਾ ਸੀ ਜੇ ਉਹ ਚੀਜ਼ਾਂ ਨੂੰ ਫੋਲੋ ਕਰਦੇ ਤੇ ਉਹਨਾਂ ਸਾਰੀਆਂ ਚੀਜ਼ਾਂ ਦੀਆਂ ਜੋ ਅਸੀਂ ਇੱਥੇ ਮੰਚ 'ਤੇ ਕਹੀਆਂ ਸੀ RCC ਦੇ ਜਿਹੜਾ ਹੁਣ ਵੈਬੀਨਾਰ ਆਇਆ ਉੱਥੋਂ ਉਹਨੂੰ ਮੋਹਰ ਲੱਗ ਗਈ ਆ ਤੇ ਸਾਨੂੰ ਵੀ ਬਹੁਤ ਪੋਜ਼ਿਟਿਵਿਟੀ ਆਈ ਕਿ ਜੋ ਅਸੀਂ ਬੱਚਿਆਂ ਨੂੰ ਸਲਾਹ ਦਿੱਤੀ ਸੀ ਤੇ ਉਹ ਬਿਲਕੁਲ ਉਹਨਾਂ ਲਈ ਸਹੀ ਸਾਬਤ ਹੋਈ ਆ। ਤੇ ਜਿਹੜਾ ਇਹਦਾ ਹੁਣ ਪੋਜ਼ਿਟਿਵ ਮੈਂ ਪੁਆਇੰਟਸ ਦੀ ਗੱਲ ਕਰਾਂ, ਬੱਚਿਆਂ ਦਾ ਸਟੂਡੈਂਟਸ ਦੀ ਗੱਲ ਕਰੂੰਗਾ ਕਿਉਂਕਿ ਉਹਨਾਂ ਨੇ ਟਰੈਵਲ ਬਾਰੇ ਵੀ ਦੱਸਿਆ ਸੀਗੀਆਂ ਚੀਜ਼ਾਂ, ਬਟ ਜਿਹੜਾ ਸਟੂਡੈਂਟ ਰਿਲੇਟਡ ਮੈਂ ਮੇਨ ਪੁਆਇੰਟ ਦੱਸੂੰਗਾ। ਹੁਣ ਉਹਨਾਂ ਨੇ ਦੱਸਤਾ ਕਿ AIP ਹਰ ਕਿਸੇ ਨੂੰ ਅਪਰੂਵ ਨਹੀਂ ਹੋਏਗੀ। AIP ਦੇ ਵੀ ਉਹਨਾਂ ਨੇ 4 ਪੁਆਇੰਟਸ ਰੱਖੇ ਆ ਜਿਨ੍ਹਾਂ ਦੇ ਨਾਲ ਕਿ ਉਹ ਵੀਜ਼ਾ ਕਿਹੜੇ ਕਾਰਨਾਂ ਕਰਕੇ ਬੱਚਿਆਂ ਨੂੰ ਦੇਣਗੇ। ਜਿੱਦਾਂ ਕਿ ਉਹਨਾਂ ਦੀਆਂ ਪਹਿਲਾਂ ਹੀ ਕ੍ਰਾਈਟੇਰੀਆ ਹੁੰਦੀਆਂ, ਬੱਚੇ ਦੀ ਉਹ ਜੈਨੂਨੈਸ ਚੈੱਕ ਕਰਦੇ ਕਿ ਉਹ ਸਟੂਡੈਂਟ ਜੈਨੂਨ ਆ, ਕਿ ਸਟੂਡੈਂਟ ਉਹਦੇ ਦੀਆਂ ਇੰਟੈਂਸ਼ਨਸ ਕਲੀਅਰ ਆ, ਉੱਥੇ ਜਾ ਕੇ ਪੜ੍ਹ ਕੇ ਵਾਪਸ ਆਏਗਾ, ਕਿ ਸਟੂਡੈਂਟ ਕੋਲ ਫੰਡਸ ਆਪਣੇ ਆ। ਜਿਹੜੇ ਫੰਡਸ ਮੀਨਸ ਉਹਨੇ ਉਹਦੀਆਂ ਅਕੋਮੋਡੇਸ਼ਨ ਦੇ, ਉਹਦੀ ਟਿਊਸ਼ਨ ਫੀਸ ਦੇ, ਉਹਦੀ ਟਰਾਂਸਪੋਰਟੇਸ਼ਨ ਦੇ ਉਹਦੇ ਫੰਡ ਉਹਨਾਂ ਨੇ ਦਿਖਾਏ ਹੋਏ ਆ। ਜਿਹੜੇ ਵੀ ਉਹਨਾਂ ਦੀਆਂ ਆਲਰੇਡੀ ਕ੍ਰਾਈਟੇਰੀਆਜ਼ ਹੁੰਦੇ ਆ ਵੀਜ਼ਾ ਦੇਣ ਦੇ ਉਹ AIP ਦੇ ਵਿੱਚ ਹੋਣਗੇ। ਮੀਨਸ ਜੇ AIP ਹੁੰਦੀ ਆ ਉਹ ਵੀਜ਼ਾ ਹੀ ਆ। ਅਤੇ ਜਿਹੜੀ ਸੈਕਿੰਡ ਸਟੇਜ ਜਿੱਦਾਂ ਕਿ ਅਸੀਂ ਆਲਰੇਡੀ ਪਹਿਲਾਂ ਵੀ ਕਿਹਾ ਸੀ, ਸੈਕਿੰਡ ਕੇਸ ਦੇ ਵਿੱਚ ਸਿਰਫ 3 ਕਾਰਨਾਂ ਕਰਕੇ ਸਿਰਫ ਬੱਚੇ ਦਾ ਵੀਜ਼ਾ ਰਿਫਿਊਜ਼ ਹੋਏਗਾ। ਪਹਿਲਾ ਕਾਰਨ ਸੀਗਾ ਉਹਦੇ ਜੇ ਬਾਇਓਮੈਟ੍ਰਿਕ 'ਚ ਕੋਈ ਸਮਥਿੰਗ ਕੰਟਰਾਡਿਕਟ ਸਟੇਟਮੈਂਟ ਆਉਂਦੀ ਹੈ ਜਾਂ ਉਹਨੇ ਪਹਿਲਾਂ ਕੁਛ ਇਹਨਾਂ ਤੋਂ ਲੁਕੋਇਆ ਜਾਂ ਪਹਿਲਾਂ ਕੋਈ ਸਟੇਟਮੈਂਟ ਦਿੱਤੀ ਉਹ ਜਸਟੀਫਾਈ ਉਹਨੂੰ ਨਹੀਂ ਕਰ ਸਕਿਆ। ਦੂਸਰੀ ਗੱਲ ਸੀਗੀ ਉਹਦੇ ਮੈਡੀਕਲ ਦੇ ਵਿੱਚ COVID-19 ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੁੰਦੀ, ਜਾਂ PCC ਦੇ ਵਿੱਚ। PCC ਇੰਡੀਆ 'ਚ ਰਿਕੁਆਇਰਡ ਨਹੀਂ ਹੈ, ਬਟ ਉਹ ਹੁਣ ਉਹਨਾਂ ਨੇ ਕਿਹਾ ਵਾ PCC ਉਹ ਸਟੂਡੈਂਟ ਟੂ ਸਟੂਡੈਂਟ ਡਿਪੈਂਡ ਕਰਦੀ ਹੈ ਕਿ ਉਹ ਮੰਗ ਵੀ ਸਕਦੇ ਆ ਜਾਂ ਨਹੀਂ ਵੀ ਮੰਗ ਸਕਦੇ। ਬਟ ਜੇ ਕਿਸੇ ਬੱਚੇ ਦੇ ਕੋਈ ਕ੍ਰਾਈਮ ਆ, ਕੇਸ ਆ, ਕਿਉਂਕਿ ਇਹ ਜਿਹੜਾ ਸੈਕਿੰਡ ਸਟੇਜ ਦੇ ਰਿਫਿਊਜ਼ਲ ਵਾਲਾ ਜਿਹੜਾ ਬੱਚਿਆਂ ਦੀ ਕਨਫਿਊਜ਼ਨ ਸੀ ਉਹ ਖਤਮ ਹੋ ਗਈ। ਮੈਂ ਪਹਿਲਾਂ ਵੀ ਕਹਿ ਰਿਹਾ ਸੀ ਕਿ ਤੁਸੀਂ ਜਿਹੜੀ ਸੈਕਿੰਡ ਸਟੇਜ ਜਿਹੜੀ ਰਿਫਿਊਜ਼ਲ ਆ ਤੁਸੀਂ ਆਪ ਅਸੈਸ ਕਰ ਸਕਦੇ ਆ ਕਿ ਹਾਂ ਵੀ ਮੇਰੇ 'ਚ ਮੈਡੀਕਲ ਬਾਇਓਮੈਟ੍ਰਿਕ ਜਾਂ ਮੇਰੇ ਕੋਈ ਕ੍ਰਾਈਮ ਤਾਂ ਨਹੀਂ ਮੈਂ ਕੀਤਾ ਹੋਇਆ ਜਾਂ ਮੈਂ ਕੋਈ ਅੰਬੈਸੀ ਤੋਂ ਕੋਈ ਚੀਜ਼ ਲੁਕੋਈ ਤਾਂ ਨਹੀਂ, ਸਿਰਫ ਇੰਨਾ ਕਾਰਨਾਂ ਕਰਕੇ ਵੀਜ਼ਾ ਰਿਫਿਊਜ਼ ਹੋਏਗਾ। ਸੈਕਿੰਡ ਮੋਸਟ ਇੰਪੋਰਟੈਂਟ ਉਹਨਾਂ ਨੇ ਕਲੀਅਰ ਕੀਤੀ ਆ ਔਨਲਾਈਨ ਸਟੱਡੀ ਬਾਰੇ। ਉਹਨਾਂ ਨੇ ਕਿਹਾ ਕਿ ਇਟ ਇਜ਼ ਕੰਪਲਸਰੀ ਨਹੀਂ ਆ ਕਿ ਹੁਣ ਬੱਚੇ ਨੂੰ ਔਨਲਾਈਨ ਪੜ੍ਹਨਾ ਪਊਗਾ, ਪੜ੍ਹੇ ਜਾਂ ਨਾ ਪੜ੍ਹੇ। ਉਹਨਾਂ ਨੇ ਇਹ ਜਿਹੜਾ ਟੋਟਲੀ ਡਿਸੀਜ਼ਨ ਆ ਇਹ ਸਟੂਡੈਂਟ ਅਤੇ ਇੰਸਟੀਟਿਊਸ਼ਨ 'ਤੇ ਛੱਡਦਾ ਕਿ ਉਹਨਾਂ ਦੀ ਆਪਸ 'ਚ ਮਿਊਚੁਅਲ ਅੰਡਰਸਟੈਂਡਿੰਗ ਆ। ਜੇ ਸਟੂਡੈਂਟ ਨਹੀਂ ਵੀ ਪੜ੍ਹਨਾ ਚਾਹੁੰਦਾ, ਜਿੱਦਾਂ ਅਸੀਂ ਵੀ ਕਿਹਾ ਸੀਗਾ, ਜੇ ਸਟੂਡੈਂਟ ਨਹੀਂ ਪੜ੍ਹਨਾ ਚਾਹੁੰਦੇ ਉਹ ਉਹਨੂੰ ਚੀਜ਼ ਨੂੰ ਜਸਟੀਫਾਈ ਕਰਨ ਕਿ ਕਿੰਨਾ ਕਾਰਨਾਂ ਕਰਕੇ ਉਹਦਾ ਇੰਸਟੀਟਿਊਸ਼ਨ ਉਹਨਾਂ ਨੂੰ ਪੜ੍ਹਾ ਰਿਹਾ ਬਟ ਕਿੰਨਾ ਕਾਰਨਾਂ ਕਰਕੇ ਉਹ ਨਹੀਂ ਪੜ੍ਹ ਸਕਦਾ, ਉਹਨਾਂ ਨੂੰ ਉਹ ਜਸਟੀਫਾਈ ਕਰੇ, ਆਪਣੇ ਕੋਲ ਇੱਕ ਰਿਟਨ ਪ੍ਰੂਫ ਰੱਖੇ। ਹਰ ਇੱਕ ਚੀਜ਼ ਰਿਟਨ ਉਹਨਾਂ ਨਾਲ ਕਮਿਊਨੀਕੇਟ ਕਰਕੇ ਆਪਣੇ ਕੋਲ ਰਿਟਨ ਰੱਖੇ ਅਤੇ ਕੋਈ ਜਸਟੀਫਾਈ ਕਰੇ ਅਤੇ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਪ੍ਰੋਬਲਮ ਨਹੀਂ ਹੋਏਗੀ। ਥਰਡ ਇੱਕ ਸਵਾਲ ਸੀਗਾ ਸਟੂਡੈਂਟਸ ਦਾ, ਜੇ ਉਹ ਸਪੋਜ਼ ਪੜ੍ਹ ਲੈਂਦੇ ਸਮਹਾਓ ਇਨ ਐਨੀ ਕੇਸ ਉਹਨਾਂ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਸੈਕਿੰਡ ਸਟੇਜ 'ਤੇ, ਕਿ ਉਹਨਾਂ ਨੂੰ ਰਿਫੰਡ ਮਿਲੇਗਾ। ਅਤੇ ਇਸ ਜਿਹੜਾ ਵੈਬੀਨਾਰ ਹੋਇਆ ਇਸ ਤੋਂ ਵੀ ਇੱਕ ਗੱਲ ਕਲੀਅਰ ਹੋਈ ਆ ਕਿ ਜਿਹੜਾ ਰਿਫੰਡ ਦਾ ਜਿਹੜਾ ਪ੍ਰੋਸੈਸ ਆ ਇਹ ਵੀ ਉਹਦੇ ਇੰਸਟੀਟਿਊਸ਼ਨ 'ਤੇ ਡਿਪੈਂਡ ਆ, ਸਟੂਡੈਂਟ ਦੇ ਇੰਸਟੀਟਿਊਸ਼ਨ ਦੇ ਵਿੱਚ ਆ। ਕਿਉਂਕਿ ਜਦੋਂ ਵੀ ਮੈਂ ਹੁਣ ਕਹੂੰਗਾ ਤੁਸੀਂ ਕਿਤੇ ਐਡਮਿਸ਼ਨਸ ਲੈ ਰਹੇ ਆ ਜਾਂ ਤੁਹਾਡੇ ਮਨ 'ਚ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਡਾਊਟ ਆ, ਤੁਸੀਂ ਆਪਣੀਆਂ ਰਿਫੰਡ ਪੋਲਿਸੀ ਹਰ ਆਫਰ ਲੈਟਰ 'ਤੇ ਹੋਊਗੀ, ਆਪਣੇ ਇੰਸਟੀਟਿਊਸ਼ਨ ਦੀਆਂ ਔਨਲਾਈਨ ਜਾ ਕੇ ਰਿਫੰਡ ਪੋਲਿਸੀ ਚੈੱਕ ਕਰ ਸਕਦੇ ਆ ਕੀ ਉਹਨਾਂ ਦੀ ਰਿਫੰਡ ਪੋਲਿਸੀ ਆ, ਕਿਹੜੇ ਕੇਸਿਸ 'ਚ ਤੁਹਾਨੂੰ ਵੀਜ਼ਾ ਤੁਹਾਡੀ ਜਿਹੜੀ ਫੀਸ ਆ ਰਿਫੰਡ ਕਰਨਗੇ ਜਾਂ ਨਹੀਂ ਕਰਨਗੇ। ਸੋ ਹੁਣ ਹਰ ਚੀਜ਼ ਕਲੀਅਰ ਆ। ਫਿਰ ਵੀ ਕਿਸੇ ਤਰ੍ਹਾਂ ਦਾ ਡਾਊਟ ਆ ਨਾ ਕਿਸੇ ਵੀ ਸਟੂਡੈਂਟ ਨੂੰ, ਮੈਂ ਪਰਸਨਲੀ ਕਹੂੰਗਾ ਆਪਣੇ 'ਤੇ ਜ਼ਿੰਮੇਵਾਰੀ ਚੱਕ ਕੇ ਆਪ ਆਪਣੇ ਇੰਸਟੀਟਿਊਸ਼ਨ ਜੋ ਵੀ ਤੁਹਾਡਾ ਕਾਲਜ ਯੂਨੀਵਰਸਿਟੀ ਆ
ਉਹਨੂੰ ਆਪ ਪਰਸਨਲੀ ਮੇਲ ਪਾ ਕੇ ਆਪਣਾ ਡਾਊਟ ਤੁਸੀਂ ਕਲੀਅਰ ਕਰੋ, ਕਿਉਂਕਿ ਤੁਹਾਡੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਡਾਊਟ ਹੀ ਨਾ ਰਹਿ ਜਾਏ, ਬਾਅਦ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਵਾਲ ਹੀ ਨਾ ਰਾਈਜ਼ ਹੋਵੇ ਕਿ ਮੈਨੂੰ ਕਿਤੇ ਧੋਖੇ 'ਚ ਰੱਖਿਆ ਗਿਆ ਜਾਂ ਮੇਰਾ ਇਹ ਨੁਕਸਾਨ ਹੋ ਗਿਆ। ਮੈਂ ਤਾਂ ਅੱਜ ਵੀ ਹਰ ਸਟੂਡੈਂਟ ਨੂੰ ਕਹੂੰਗਾ, ਜਿਹੜਾ ਵੀ ਤੁਹਾਡਾ ਡਾਊਟ ਆ ਆਪ ਉਹਨੂੰ ਆਪਣੇ ਇੰਸਟੀਟਿਊਸ਼ਨ ਨਾਲ ਕਲੀਅਰ ਕਰਾਓ, ਕਿਉਂਕਿ ਐਮਬੈਸੀ ਨੇ ਜਿਹੜਾ ਹੁਣ ਵੈਬੀਨਾਰ ਹੋਇਆ ਸਾਰਾ ਕੁਝ ਕਲੀਅਰ ਕਰਤਾ ਕਿ ਉਹਨਾਂ ਦਾ ਪ੍ਰੋਸੈਸ ਸੇਮ ਰਹੇਗਾ। ਸਿਰਫ ਵੀਜ਼ਾ ਜਿਹੜਾ ਪ੍ਰੋਸੈਸ ਸੀ ਦੇਣ ਦਾ, ਉਹਨਾਂ ਨੇ ਉਹਨੂੰ 2 ਸਟੇਜਸ ਵਿੱਚ ਡਿਵਾਈਡ ਕੀਤਾ। ਤੇ ਜਿਹੜਾ AAP ਆ ਇੱਕ ਜੈਸੇ ਵੀਜ਼ਾ ਹੀ ਆ, ਹੁਣ ਇੱਕ ਬਿਲਕੁਲ ਕਲੀਅਰ ਹੋ ਗਿਆ, ਜਿਵੇਂ ਅਸੀਂ ਸ਼ੁਰੂ ਤੋਂ ਕਹਿ ਰਹੇ ਹਾਂ ਕਿ AAP ਜੇ ਅਪਰੂਵ ਹੁੰਦੀ ਆ ਤੇ ਅਪਰੂਵਲ ਇਨ ਪ੍ਰਿੰਸੀਪਲ ਇਹ ਵੀਜ਼ਾ ਹੀ ਆ। ਇਹ ਬਿਲਕੁਲ ਐਜ਼ ਇਟ ਇਜ਼ ਨਹੀਂ ਹੋਗੀ ਕਿ DLI ਤੁਸੀਂ ਐਡਮਿਸ਼ਨ ਕਰਾ ਲਈ, ਆਇਲਸ ਸਟਾਰਟ ਹੋਇਆ, GIC ਕਰਾ ਲਈ ਤਾਂ ਵੀਜ਼ਾ, ਬਿਲਕੁਲ ਨਹੀਂ ਹੋਏਗਾ। ਤੁਹਾਡੀ ਜੈਨੂਇਨਨੈਸ ਚੈੱਕ ਕੀਤੀ ਜਾਏਗੀ, ਤੁਹਾਡੀ ਐਲੀਜੀਬਿਲਿਟੀ ਚੈੱਕ ਕੀਤੀ ਜਾਏਗੀ, ਤੁਹਾਡੀ ਇੰਟੈਂਸ਼ਨਸ ਦੇਖੀ ਜਾਏਗੀ ਕਿ ਤੁਸੀਂ ਉੱਥੇ ਪੜ੍ਹ ਕੇ ਵਾਪਸ ਆਓਗੇ। ਬਿਲਕੁਲ ਠੀਕ ਹੈ ਜੀ, ਬੜਾ ਇੰਪੋਰਟੈਂਟ ਗੱਲ ਹੈ। ਔਰ ਜਨਵਰੀ ਇਨਟੇਕ ਲਈ ਵੀ ਮੈਂ ਜ਼ਰੂਰ ਚਾਹੂੰਗਾ ਕੀ ਸੁਝਾਅ ਹੈ ਜਨਵਰੀ ਇਨਟੇਕ ਤਾਂ, ਕਿਉਂਕਿ ਪੁਰਾਣੇ ਪੈਟਰਨ ਦੇ ਉੱਤੇ ਹੀ ਵੀਜ਼ਾਸ ਆਣੇ ਨੇ। ਬਿਲਕੁਲ ਜੀ, ਜਨਵਰੀ ਇਨਟੇਕ ਲਈ ਕਿਹੜੇ ਸਟੂਡੈਂਟ ਹੁਣ ਐਲੀਜੀਬਲ ਨੇ ਅਪਰੋਚ ਕਰਨ ਤੁਹਾਨੂੰ ਤੇ ਫਾਈਲਾਂ ਅਪਲਾਈ ਕਰਨ? ਜਿਹੜੇ ਹੁਣ ਰੀਸੈਂਟ 10+2 ਜਿਹੜੇ ਬੱਚਿਆਂ ਦਾ ਰਿਜ਼ਲਟ ਆਇਆ ਵਾ, ਪੰਜਾਬ ਬੋਰਡ, CBSE ਬੋਰਡ, ਸਭ ਤੋਂ ਪਹਿਲਾਂ ਮੈਂ ਉਹਨਾਂ ਤੇ ਉਹਨਾਂ ਦੇ ਪੇਰੈਂਟਸ ਨੂੰ ਵਧਾਈ ਵੀ ਦਊਂਗਾ ਦੁਬਾਰਾ। ਤੇ ਉਹ ਸਾਰੇ ਬੱਚਿਆਂ ਨੂੰ ਮੈਂ ਕਹੂੰਗਾ, ਕਿਉਂਕਿ ਜਨਵਰੀ ਇਨਟੇਕ ਆਲਰੇਡੀ 50% ਜਿਹੜੀਆਂ ਸੀਟਸ ਆ ਫੁੱਲ ਹੋ ਚੁੱਕੀਆਂ। ਤੇ ਇੱਕ ਜਨਵਰੀ ਇਨਟੇਕ ਦੀ ਹੋਰ ਗੱਲ ਕਲੀਅਰ ਕਰੂੰਗਾ, ਜਿਹੜੀ 2 ਸਟੇਜ ਅਪਰੂਵਲ ਸਿਸਟਮ ਆ, ਇਹ ਸਿਰਫ ਤਾਂ ਵਾ ਕਿ VFS ਬਣਦਾ। ਜੇ VFS ਓਪਨ ਹੁੰਦੀ ਤੇ ਜਿਹੜਾ ਸਿਸਟਮ ਸੀਗਾ ਉਹਨਾਂ ਨੇ ਜਿੱਦਾਂ ਅੱਜ ਦੇ ਚੱਲਦਾ ਹੀ ਉੱਦਾਂ ਚੱਲਦਾ। ਤੇ ਜਨਵਰੀ ਤੱਕ ਸਾਨੂੰ ਪੂਰੀ ਉਮੀਦ ਆ ਕਿ ਜਿਹੜਾ ਵਾ ਸਾਰਾ ਕੁਝ ਨਾਰਮਲ ਹੋ ਜਾਏਗਾ ਤੇ ਜਿਹੜਾ ਸਿਸਟਮ ਆ, ਵੀਜ਼ਾ ਸਿਸਟਮ ਆ, ਸਿੰਗਲ ਜਿਹੜਾ ਸਟੇਜ 'ਚ ਬੱਚਿਆਂ ਨੂੰ ਅਪਰੂਵਲ ਮਿਲੇਗੀ। ਤੇ ਹੁਣ ਮੈਂ ਸਾਰੇ ਬੱਚਿਆਂ ਨੂੰ ਗਾਈਡ ਆਇਲਸ ਵੀ ਹੋਣੀ ਸ਼ੁਰੂ ਹੋ ਗਈ, ਨੋ ਡਾਊਟ ਥੋੜ੍ਹਾ ਜਿਹਾ ਘੱਟ ਬੱਚੇ ਆਇਲਸ ਦਾ ਐਗਜ਼ਾਮ ਦੇ ਸਕਦੇ, 30 ਦਾ ਜਿਹੜਾ ਬੈਚਸ ਬਣ ਰਹੇ ਤੇ ਜਿਸ 'ਚ ਬੱਚੇ ਐਗਜ਼ਾਮ ਦੇ ਰਹੇ ਆ। ਤੁਸੀਂ ਆਪਣਾ ਜਲਦੀ ਤੋਂ ਜਲਦੀ ਆਇਲਸ ਬੁੱਕ ਕਰਵਾਓ ਤੇ ਕੰਡੀਸ਼ਨਲ ਲੈਟਰਸ, ਆਫਰ ਲੈਟਰਸ ਵੀ ਤੁਸੀਂ ਲੈ ਸਕਦੇ। ਬਟ ਇੱਕ ਐਡਵਾਈਸ ਹੋਰ ਕਹੂੰਗਾ, ਕੋਈ ਵੀ ਕਾਹਲੀ ਨਹੀਂ ਕਰਨੀ। ਜਦੋਂ ਤੱਕ ਤੁਹਾਡੇ ਕੋਲ ਆਇਲਸ ਦਾ ਐਗਜ਼ਾਮ ਨਹੀਂ ਹੁੰਦਾ, ਤੁਹਾਡੇ ਕੋਲ ਰਿਜ਼ਲਟ ਸਾਹਮਣੇ ਨਹੀਂ ਹੁੰਦਾ, ਤੁਸੀਂ ਆਪਣੀ ਫਾਈਲ ਐਮਬੈਸੀ ਦੇ ਵਿੱਚ ਲੌਂਚ ਨਹੀਂ ਕਰਨੀ, ਕਿਉਂਕਿ ਡਿਲੇ ਨਹੀਂ ਮੈਂ ਨਹੀਂ ਚਾਹੁੰਦਾ ਕਿ ਤੁਹਾਡੀ ਫਾਈਲ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਡਿਲੇ ਆਵੇ। ਤੇ ਸਾਰੇ ਜਿਹੜੇ ਡਾਕੂਮੈਂਟਸ ਆ ਆਪਣੇ ਪਹਿਲਾਂ ਤਿਆਰ ਕਰ ਲਓ। ਬਟ ਇੱਕ ਬੱਚੇ ਨੂੰ ਐਡਵਾਈਸ ਆ, ਤੁਸੀਂ ਆਪਣੇ ਆਪ ਨੂੰ ਮੈਂਟਲੀ ਪ੍ਰਪੇਅਰ ਕਰ ਸਕਦੇ ਆ। ਸਾਨੂੰ ਆਪਣੀ ਜਿਹੜਾ ਤੁਹਾਡੇ DM ਜਿੰਨਾ ਵੀ ਨੰਬਰ ਆਇਆ, ਤੁਹਾਡੀ ਆਨਲਾਈਨ ਜਿਹੜਾ ਰਿਜ਼ਲਟ ਆ ਸਾਡੇ ਨਾਲ ਸ਼ੇਅਰ ਕਰਕੇ ਸਾਡੇ ਤੋਂ ਤੁਸੀਂ ਆਪਸ਼ਨਸ ਲੈ ਸਕਦੇ ਆ ਕਿ ਤੁਹਾਡੀ ਪ੍ਰੋਫਾਈਲ ਲਈ ਕਿਹੜੀ ਯੂਨੀਵਰਸਿਟੀ ਜਾਂ ਕਾਲਜ ਵਿੱਚ ਤੁਸੀਂ ਐਲੀਜੀਬਲ ਹੋ ਸਕਦੇ। ਸਾਡੇ ਨਾਲ ਕਾਉਂਸਲਿੰਗ ਵੀ ਸਾਡੇ ਤੋਂ ਲੈ ਸਕਦੇ, ਜਿਹਦੇ ਵਿੱਚ ਅਸੀਂ ਕਿ ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ। ਤੁਹਾਡੇ ਇੰਟਰਸਟ ਦੇ ਅਕੋਰਡਿੰਗ ਅਸੀਂ ਤੁਹਾਨੂੰ ਪ੍ਰੋਵਿੰਸ ਦੱਸਾਂਗੇ, ਕਿਹੜੀ ਪ੍ਰੋਵਿੰਸ ਤੁਸੀਂ ਜਾ ਸਕਦੇ ਆ, ਕਿੱਦਾਂ ਉੱਤੇ ਸੈਟਲਮੈਂਟ ਲੈ ਸਕਦੇ ਆ। ਤੁਹਾਡੇ ਇੰਟਰਸਟ ਦੇ ਅਕੋਰਡਿੰਗ ਅਸੀਂ ਤੁਹਾਨੂੰ ਸਬਜੈਕਟਸ ਦੱਸਾਂਗੇ, ਤੁਹਾਡੇ ਕੋਰਸਿਸ ਦੱਸਾਂਗੇ ਕਿ ਜਿਹਦੇ ਨਾਲ ਕਿ ਤੁਹਾਨੂੰ ਤੁਹਾਡੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਬੈਨੀਫਿਟ ਹੋਊਗਾ। ਚਲੋ, ਥੈਂਕ ਯੂ ਸੋ ਮਚ। ਧੀਰਜ ਜੀ ਨੇ ਬਹੁਤ ਇੰਪੋਰਟੈਂਟ ਅਪਡੇਟ ਦਿੱਤੇ ਨੇ। ਕੋਈ ਕਲੈਰੀਫਿਕੇਸ਼ਨ ਹੈ ਤੇ ਤੁਸੀਂ ਧੀਰਜ ਜੀ ਨੂੰ ਫੋਨ ਕਰ ਸਕਦੇ ਹੋ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ।